So students, in this session, we are going to begin with the topic placenta and its functions, right? So students, ਅਸੀਂ ਆਪਣੀ ਲਾਸਟ ਵੀਡੀਓ ਦੇ ਵਿੱਚ ਪੜਿਆ 4 ਐਕਸਟਰਾ ਐਮਬ੍ਰੀਓਨਿਕ ਮੈਂਬਰੇਨਸ ਜਿਹੜੇ ਐਮਬ੍ਰੀਓ ਡਿਵੈਲਪ ਕਰ ਰਿਹਾ ਉਹਦੇ ਬਾਹਰ 4 ਮੈਂਬਰੇਨਸ ਨੇ, ਰਾਈਟ? ਕਿਹੜੀ ਕਿਹੜੀ? ਕੋਰੀਓਨ, ਐਮਨੀਓਨ, ਐਲੈਂਟੋਇਸ, ਯੋਕ ਸੈਕ। ਜਿਹੜੀ ਕੋਰੀਓਨ ਸੀ ਉਹ ਪਲੇਸੈਂਟਾ ਬਣਾਉਣ 'ਚ ਹੈਲਪ ਕਰਦੀ ਹੈ, ਅਸੀਂ ਉੱਥੇ ਡਿਸਕਸ ਕੀਤਾ ਸੀ। ਵਾਟ ਇਜ਼ ਪਲੇਸੈਂਟਾ ਦੈਨ? ਇੱਕ ਤਰ੍ਹਾਂ ਦਾ ਬੱਚੋ ਕਨੈਕਸ਼ਨ ਹੈ ਬਿਟਵੀਨ ਫੀਟਸ ਜਿਹੜਾ ਅੰਦਰ ਬੱਚਾ ਪਲ ਰਿਹਾ ਐਂਡ ਯੂਟਰਸ ਦੀ ਜਿਹੜੀ ਵਾਲ ਹੈ, ਜਾਂ ਮਦਰ ਕਹਿ ਲਓ, ਮਦਰ ਦੇ ਯੂਟਰਸ ਦੀ ਜਿਹੜੀ ਵਾਲ ਹੈ ਉਹਦੇ ਵਿੱਚ ਇੱਕ ਕਨੈਕਸ਼ਨ ਹੈ ਫॉर ਐਕਸਚੇਂਜ ਆਫ ਮਟੀਰੀਅਲ। ਬੱਚਾ ਤੇ ਮਾਂ ਦੇ ਵਿੱਚ ਦਾ ਇੱਕ ਕਨੈਕਸ਼ਨ ਹੈ ਜਿਹੜਾ ਮਟੀਰੀਅਲ ਐਕਸਚੇਂਜ ਜਾਂ ਗੈਸ ਐਕਸਚੇਂਜ ਜਾਂ ਹੋਰ ਵੀ ਅਸੀਂ ਫੰਕਸ਼ਨਸ ਕਰਾਂਗੇ ਉਹਦੇ 'ਚ ਹੈਲਪ ਕਰਦਾ, ਰਾਈਟ? ਸੋ ਪਲੇਸੈਂਟਾ ਇਜ਼ ਅ ਟੈਂਪਰੇਰੀ ਇੰਟੀਮੇਟ ਮੀਨਸ ਕਲੋਜ਼ ਕਨੈਕਸ਼ਨ ਬਿਟਵੀਨ ਦਾ ਫੀਟਸ ਐਂਡ ਦਾ ਯੂਟਰਾਈਨ ਵਾਲ ਆਫ ਦਾ ਮਦਰ, ਰਾਈਟ? ਸੋ ਜਦੋਂ ਬਲਾਸਟੋਸਿਸਟ ਆ ਕੇ ਇੰਪਲਾਂਟ ਹੋ ਗਿਆ ਯੂਟਰਸ 'ਚ, ਉਹ ਇੱਕ ਤਰ੍ਹਾਂ ਦੀਆਂ ਫਿੰਗਰ ਲਾਈਕ ਪ੍ਰੋਜੈਕਸ਼ਨਸ ਬਣਾਉਂਦਾ ਹੈ ਜਿਹਨੂੰ ਅਸੀਂ ਕੋਰੀਓਨਿਕ ਵਿਲਾਈ ਕਹਿੰਦੇ ਹਾਂ। ਕੋਰੀਓਨਿਕ ਵਿਲਾਈ ਫਿਰ ਯੂਟਰਸ ਦੀ ਅੰਦਰਲੀ ਜਿਹੜੀ ਵਾਲ ਹੈ ਉਹਦੇ ਵਿੱਚ ਡਿਪਰੈਸ਼ਨਸ ਹੁੰਦੀਆਂ ਨੇ ਜਿਹਨੂੰ ਕ੍ਰਿਪਟਸ ਕਹਿੰਦੇ ਆ। ਮੀਨਸ ਇੱਕ ਜਗ੍ਹਾ ਤੇ ਯੂਟਰਸ ਦੀ ਵਾਲ ਅੰਦਰ ਡਿਪਰੈਸ਼ਨਸ ਨੇ, ਥੀਸ ਆਰ ਦਾ ਡਿਪਰੈਸ਼ਨਸ। ਤੇ ਜਿਹੜਾ ਸਾਡੇ ਕੋਲ ਬਲਾਸਟੋਸਿਸਟ ਹੈ ਉੱਤੇ ਫਿੰਗਰ ਲਾਈਕ ਪ੍ਰੋਜੈਕਸ਼ਨਸ ਬਣ ਜਾਂਦੀਆਂ ਨੇ। ਉਹ ਫਿੰਗਰ ਲਾਈਕ ਪ੍ਰੋਜੈਕਸ਼ਨਸ ਆਊਟਗਰੋਥ ਜਿਹਨੂੰ ਅਸੀਂ ਕੋਰੀਓਨਿਕ ਵਿਲਾਈ ਕਹਿੰਦੇ ਆ, ਉਹ ਪੈਨੀਟਰੇਟ ਕਰਦੀਆਂ ਨੇ। ਪੈਨੀਟਰੇਟ ਕਰਨਾ ਮੀਨਸ ਘੁਸਣਾ ਕਿਸੇ ਚੀਜ਼ ਦੇ ਡਿਪਰੈਸ਼ਨ ਮੀਨਸ ਕੋਈ ਚੀਜ਼ ਜਿੱਦਾਂ ਅਸੀਂ ਕਹਿੰਦੇ ਹਾਂ ਰੋਡ ਦੇ ਵਿੱਚ ਖੱਡਾ ਹੈ, ਉਹ ਡਿਪਰੈਸ਼ਨ ਹੈ, ਮਤਲਬ ਕਿ ਇੱਕ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਇੱਕ ਡੂੰਘਾਈ ਹੈ। ਸੋ ਜਿਹੜਾ ਸਾਡੇ ਕੋਲ ਯੂਟਰਸ ਦੀ ਵਾਲ ਹੈ ਉਹਦੇ 'ਚ ਇੱਦਾਂ ਦੀਆਂ ਡੂੰਘਾਈਆਂ ਨੇ, ਤਾਂ ਜਿਹੜਾ ਬਲਾਸਟੋਸਿਸਟ ਉਹ 'ਚ ਫਿੰਗਰ ਲਾਈਕ ਪ੍ਰੋਜੈਕਸ਼ਨ ਹੈ। ਤਾਂ ਫਿੰਗਰ ਲਾਈਕ ਪ੍ਰੋਜੈਕਸ਼ਨ 'ਤੇ ਜਿਹੜੀਆਂ ਡਿਪਰੈਸ਼ਨਸ ਨੇ ਉਹ ਆਪਸ ਦੇ ਵਿੱਚ ਉਹ ਪੈਨੀਟਰੇਟ ਕਰ ਜਾਂਦੀਆਂ ਨੇ, ਜਿਹੜੀਆਂ ਫਿੰਗਰ ਲਾਈਕ ਪ੍ਰੋਜੈਕਸ਼ਨ ਨੇ ਜਿਹਨੂੰ ਅਸੀਂ ਕੋਰੀਓਨਿਕ ਵਿਲਾਈ ਕਹਿੰਦੇ ਹਾਂ, ਠੀਕ ਹੈ? ਅਤੇ ਕੋਰੀਓਨਿਕ ਵਿਲਾਈ ਕੋਰੀਓਨ ਦਾ ਪਾਰਟ ਹੈ ਅਤੇ ਯੂਟਰਸ ਦਾ ਟਿਸ਼ੂ ਮਿਲ ਕੇ ਪਲੇਸੈਂਟਾ ਬਣਾਉਂਦੇ ਆ। ਕੋਰੀਓਨਿਕ ਵਿਲਾਈ ਅਤੇ ਯੂਟਰਸ ਦਾ ਟਿਸ਼ੂ ਮਿਲ ਕੇ ਕੀ ਬਣਾਉਂਦੇ ਨੇ? ਪਲੇਸੈਂਟਾ। ਸੋ ਇਹ ਸੀ ਸਾਡੇ ਕੋਲ ਜਨਰਲੀ ਵਾਟ ਇਜ਼ ਪਲੇਸੈਂਟਾ। then is the function of placenta. First function of placenta is supply of oxygen, right? ਹੁਣ ਜਿਹੜਾ ਅੰਦਰ ਫੀਟਸ ਡਿਵੈਲਪ ਕਰ ਰਿਹਾ ਉਹਨੂੰ ਆਕਸੀਜਨ ਵੀ ਤਾਂ ਸਪਲਾਈ ਕਰਨੀ ਹੈ। ਸੋ ਜਿਹੜੀ ਪਲੇਸੈਂਟਾ ਹੈ ਉਹ ਆਕਸੀਜਨ ਸਪਲਾਈ ਕਰਦੀ ਹੈ ਅਤੇ ਨਾਲ ਦੇ ਨਾਲ ਨਿਊਟਰੀਐਂਟ ਸਪਲਾਈ ਕਰਦੀ ਹੈ ਟੂ ਦਾ ਐਮਬਰੀਓ ਐਂਡ ਆਲਸੋ ਉਹਨਾਂ ਦਾ ਵੇਸਟ ਹੈ, ਜਿਵੇਂ ਸਾਹ ਲੈਣ ਤੋਂ ਬਾਅਦ ਕਾਰਬਨ ਡਾਈਆਕਸਾਈਡ ਪੈਦਾ ਹੋਈ ਜਾਂ ਨੋਰਮਲੀ ਅਸੀਂ ਕੀ ਕਹਿੰਦੇ ਹਾਂ ਕਿ ਕੋਈ ਵੀ ਐਸਾ ਵੇਸਟ ਪੈਦਾ ਹੋਇਆ ਅਸੀਂ ਕਹਿ ਸਕਦੇ ਹਾਂ। ਸੋ ਦੇਖੋ ਆਕਸੀਜਨ ਆਪਣੇ ਫੀਟਸ ਦੇ ਅੰਦਰ ਜਾਣੀ ਹੈ ਅਤੇ ਵੇਸਟ ਬਾਹਰ ਨਿਕਲਣਾ, ਉਹ ਕਿਹਦੇ ਰਾਹੀਂ ਹੁੰਦਾ? ਪਲੇਸੈਂਟਾ ਰਾਹੀਂ। ਸੋ ਇਹ ਕੀ ਕਰਦੀ ਹੈ? ਸਪਲਾਈ ਆਫ ਆਕਸੀਜਨ ਕਰਦੀ ਹੈ ਐਂਡ ਨਿਊਟਰੀਐਂਟਸ ਤੇ ਆਕਸੀਜਨ ਸਪਲਾਈ ਕਰਦੀ ਹੈ ਅਤੇ ਰਿਮੂਵਲ ਆਫ ਕਾਰਬਨ ਡਾਈਆਕਸਾਈਡ ਐਂਡ ਐਕਸਕ੍ਰੀਟਰੀ ਵੇਸਟ, ਠੀਕ ਹੈ ਜੀ। ਸੋ ਇਹ ਕੰਮ ਹੋ ਗਿਆ ਪਲੇਸੈਂਟਾ ਦਾ ਕਿ ਜਿਹੜਾ ਅੰਦਰ ਫੀਟਸ ਪਲ ਰਿਹਾ ਉਹਦਾ ਜਿਹੜਾ ਵੇਸਟ ਹੈ ਉਹ ਪਲੇਸੈਂਟਾ ਦੇ ਰਾਹੀਂ ਬਾਹਰ ਜਾਏਗਾ। ਸੋ ਪਲੇਸੈਂਟਾ ਨੂੰ ਇਸੀ ਕਰਕੇ ਇੰਟੀਮੇਟ ਕਲੋਜ਼ ਕਨੈਕਸ਼ਨ ਕਿਹਾ ਜਾਂਦਾ ਹੈ ਬਿਟਵੀਨ ਦਾ ਆਫਸਪ੍ਰਿੰਗ ਐਂਡ ਦਾ ਮਦਰ, ਰਾਈਟ? ਉਹਨਾਂ 'ਚ ਫੀਟਸ ਐਂਡ ਦਾ ਮਦਰ। ਫੀਟਸ ਜਿਹੜਾ ਅੰਦਰ ਪਲ ਰਿਹਾ, ਆਫਸਪ੍ਰਿੰਗ ਤਾਂ ਜਨਮ ਲੈਣ ਤੋਂ ਬਾਅਦ ਅਸੀਂ ਵਰਡ ਯੂਜ਼ ਕਰਦੇ ਫੀਟਸ ਅਤੇ ਮਦਰ ਦੇ ਵਿੱਚ ਜਿਹੜਾ ਕਨੈਕਸ਼ਨ। ਦੈਨ ਨੈਕਸਟ ਸਾਡੇ ਕੋਲ ਆ ਗਿਆ ਕਿ ਪਲੇਸੈਂਟਾ ਇੱਕ ਤਰ੍ਹਾਂ ਦਾ ਐਂਡੋਕਰਾਈਨ ਟਿਸ਼ੂ ਦੀ ਤਰ੍ਹਾਂ ਵੀ ਕੰਮ ਕਰਦਾ ਅਤੇ ਕੁਛ ਤਰ੍ਹਾਂ ਦੀ ਕੀ ਰਿਲੀਜ਼ ਕਰਦਾ? ਹਾਰਮੋਨਸ, ਰਾਈਟ? ਸੋ ਜਿਹੜੀਆਂ ਹਾਰਮੋਨਸ ਪਲੇਸੈਂਟਾ ਪੈਦਾ ਕਰਦਾ ਅਸੀਂ ਯਾਦ ਕਰਨੀਆਂ, ਜਿਵੇਂ ਨੰਬਰ 1 ਇਜ਼ HCG, ਮੈਂ ਹੁਣੇ ਫੁੱਲ ਫਾਰਮ ਦੱਸਾਂਗੀ HCG ਦੀ। ਨੰਬਰ 2 HPL, ਨੰਬਰ 3 ਐਸਟ੍ਰੋਜਨਸ ਫੀਮੇਲ ਸੈਕਸ ਹਾਰਮੋਨਸ, ਨੰਬਰ 4 ਪ੍ਰੋਜੈਸਟਰੋਨ, ਰਾਈਟ? ਹੋਰ ਕਿਹੜੇ ਹਾਰਮੋਨਸ ਨੇ? ਹੋਰ ਵੀ ਕਈ ਤਰ੍ਹਾਂ ਦੇ ਹਾਰਮੋਨਸ ਹੈ ਜਿਹੜੀ ਇਹ ਪਲੇਸੈਂਟਾ ਸਕਰੀਟ ਕਰਦਾ। ਹੁਣ ਅਸੀਂ ਦੇਖ ਲੈਂਦੇ ਹਾਂ ਉਹਨਾਂ ਦਾ ਕੰਮ ਕੀ ਹੈ। ਜਿਹੜੀ ਇਹ ਹੈ HCG, ਹਿਊਮਨ ਕੋਰੀਓਨਿਕ ਗੋਨੈਡੋਟ੍ਰੋਫਿਨ, ਹਿਊਮਨ ਕੋਰੀਓਨਿਕ ਗੋਨੈਡੋਟ੍ਰੋਫਿਨ, ਇਹਦਾ ਹਾਈ ਲੈਵਲ ਜਿਹੜਾ ਹੈ ਜੇ ਇਹਦਾ ਲੈਵਲ ਵੱਧ ਜੇ ਤਾਂ ਇਹ ਪ੍ਰੋਜੈਸਟਰੋਨ ਅਤੇ ਐਸਟ੍ਰੋਜਨ ਦਾ ਲੈਵਲ ਵੀ ਵਧਾ ਦਿੰਦੀ ਹੈ, ਮੀਨਸ ਉਹਨਾਂ ਨੂੰ ਸਿੰਥਸਾਈਜ਼ ਕਰਨਾ ਸ਼ੁਰੂ ਕਰ ਦਿੰਦੀ ਹੈ। ਔਰ ਲੇਟਰ ਜਦੋਂ ਮਤਲਬ ਵਿਮਨ ਪ੍ਰੈਗਨੈਂਟ ਹੈ ਨਾ ਹੁਣ, ਬਿਕੋਜ਼ ਇਹ ਜਿਹੜੇ ਹੈ ਪਲੇਸੈਂਟਾ ਬਣਦਾ ਹੀ ਉਹਦਾ, ਤਾਂ ਉਹਦੇ ਹਾਰਮੋਨਸ ਵੀ ਤਾਂ ਉਦੋਂ ਹੀ ਬਣਨਗੇ। ਸੋ ਜੋ ਥੋੜ੍ਹਾ ਜਿਹਾ ਲੇਟਰ ਫੇਜ਼ ਆ ਜਾਂਦਾ ਪ੍ਰੈਗਨੈਂਸੀ ਦਾ, ਇੱਕ ਹਾਰਮੋਨ ਪੈਦਾ ਹੁੰਦੀ ਹੈ ਜਿਹਨੂੰ ਅਸੀਂ ਰਿਲੈਕਸਿਨ ਕਹਿੰਦੇ ਹਾਂ। ਕੀ ਕਹਿੰਦੇ ਹਾਂ ਅਸੀਂ ਉਹਨੂੰ? ਰਿਲੈਕਸਿਨ।
सो एक होर हार्मोन है साढ़े को स्टूडेंट्स रिलैक्सिन, जी कौन प्रोड्यूस करता है, ओवरी एंड प्लेसेंटा। ये प्लेसेंटा आप प्लेसेंटा की हार्मोन्स कर रहे, ये जो बेबी डिलीवर होना होंदा है तो उस टाइम पे जिहड़ा पैल्विस है वो थोड़ा ब्रॉड हो जाता, उसकी वाइडनिंग हो जाती है, तो तुसीं ये कह सकते हो उस समय ते ये हार्मोन पैदा होंदी है तो ये सर्विक्स नूं डायलेट करती। सर्विक्स असीं फीमेल रिप्रोडक्टिव सिस्टम च पढ़ चुके हैं। सो ये कुछ हार्मोन्स ने स्टूडेंट जी कौन पैदा करता है, प्लेसेंटा, राइट। तो एक होर इंपॉर्टेंट गल मैं इत्थे दसूँगी, जी ये हार्मोन्स ने ना HCG ह्यूमन कोरियोनिक गोनेडोट्रोफिन ते HPL ह्यूमन प्लेसेंटल लैक्टोजन, ह्यूमन प्लेसेंटल लैक्टोजन ते नाल रिलैक्सिन 1 2 3 1 2 ते 3, these 3 hormones they are only and only produced during pregnancy। एस्ट्रोजन ते प्रोजेस्टेरोन तो उवें भी नॉर्मली भी साडी बॉडी फीमेल्स की बॉडी च पैदा होंदियां ने, बट दीज 3 हार्मोन्स आर प्रोड्यूस्ड ओनली ड्यूरिंग प्रेगनेंसी। सो ਜਿਹੜੀਆਂ अदर हार्मोन्स रह गई लाइक प्रोजेस्टेरोन है, एस्ट्रोजन है, होर भी कई हार्मोन्स होंदियां, प्रोलैक्टिन है साडे कोल, कॉर्टिसोल्स ने, इन्हां दा जिहड़ा लैवल है, इन्हां दी जिहड़ी अमाउंट है वो वध जांदी है ड्यूरिंग प्रैगनेंसी। ये दोनों पैदा तो उदा भी होंदियां बट ड्यूरिंग प्रैगनेंसी इन्हां दा लैवल वधदा है, राइट। होर भी हार्मोन्स ने जिवें मैं दस्सिया प्रोलैक्टिन, उन्हां दा लैवल भी वध जांदा है, कॉर्टिसोल्स ने, थायरॉक्सिन है, राइट। वाई रीजन है, रीजन स्टूडेंट्स है बिकॉज इन्हां हार्मोन्स का लैवल वधन का एक कारण है वो ये है कि ये जिहड़ियां हार्मोन्स ने ये जिहड़ा अंदर फीटस डेवलप कर रहा है उहदी ग्रोथ नूं सपोर्ट करदी है, ग्रोथ ऑफ द फीटस नूं सपोर्ट करदी है। नंबर 2 ये जिहड़ी मदर दे अंदर मैटाबॉलिज्म चल रहा है, क्योंकि मदर दे अंदर बेबी है, फीटस है, उहदा मदर दा मैटाबॉलिज्म भी तो चेंज होएगा ना, मदर दा मैटाबॉलिज्म वधेगा ना, उहदे अंदरलियां रिएक्शनस तेज़ होणगियां ना, वो भी रिएक्शनस जिहड़ियां ने उन्हां नूं भी तो बैलेंस करना है, ये हार्मोन्स उन्हां नूं बैलेंस करदी है ते प्रैगनेंसी नूं मेनटेन करदी है। थर्ड इज़ मेनटेनेंस ऑफ प्रैगनेंसी, राइट। सो बहुत इंपॉर्टेंट रोल प्ले कर दियाँ दीज हार्मोन ड्यूरिंग प्रैगनेंसी, तो एक कौन पैदा करता है, प्लेसेंटा, राइट। सो नैक्सट टॉपिक जिहड़ा स्टूडेंट्स असी डिस्कस करांगे, ठीक है जी, वो है साडे कोल स्टूडेंट्स पार्चुरेशन। जदों जिहड़ा फीटस है मदर दी वोम्ब दे अंदर डेवलप कर चुका है या कंप्लीटली बन चुका है मदर दी वोम्ब दे अंदर, हुण उन्हें मदर दी बॉडी तो बाहर आना है, असी उस प्रोसैस नूं की बोलते हैं, पार्चुरेशन। सो वॉट इज़ पार्चुरेशन स्टूडेंट्स, असी इत्थे पार्चुरेशन की डेफिनेशन करांगे। पार्चुरेशन इज़ एक्सपैलिंग, बाहर निकलना, ऑफ द फुली फॉर्मड यंग वन, जो 9 महीनों पूरा यंग वन पूरी तरीके नाल बन चुका है, वो एक्सपैल आउट होएगा, बाहर निकलेगा, कित्थों, फ्रॉम द मदर्स यूट्रस, मदर दे यूट्रस तो बाहर निकल के उन्हें मदर दी बॉडी चो बाहर आना है, उन्हें बर्थ लैना है, उस प्रोसैस नूं असी पार्चुरेशन कहते हाँ। तो तकरीबन 9 महीनों का पीरियड पूरा करने तो बाद बेबी जिहड़ा है फुली फॉर्म होंदा है ते वो मदर दी बॉडी तो बाहर आता है, राइट। सो इत्थे एक असी होर मैं तुहानूं स्टूडेंट्स टर्म दसूँगी, जेस्टेशन पीरियड या जेस्टेशन की हुंदा है, ठीक है जी। फर्टिलाइजेशन होने तो लैके पार्चुरेशन तक, जब तक बच्चा जन्म लैंदा है, फर्टिलाइजेशन तो लैके पार्चुरेशन तक, पार्चुरेशन तक, फर्टिलाइजेशन तो लैके पार्चुरेशन तक, जन्म लैन तक 9 महीने ना, ह्यूमन बींग्स की गल कर रही, बाकिया की नहीं कर रही। इस पीरियड नूं जेस्टेशन पीरियड कहा जाता है, की कहा जाता है, जेस्टेशन पीरियड, राइट। सो उहदे नाल हुंदा की है, जदों बेबी ने जन्म लैना हुंदा है तो जिहड़ा मदर दा यूट्रस हुंदा है उहदी कंट्रैक्शन शुरू हो जाती है, उहदे अंदर कंट्रैक्शनस हुंदियां ते मदर नूं लेबर पेन्स लग जांदियां, पेन्स हुंदियां ने, उहदे नाल वो यूट्रस दी कंट्रैक्शन जिहड़ी है वो बेबी नूं डिलीवर करन च हैल्प करदी है, ते उहदे पिछे बहुत सारियां हार्मोन्स काम करदियां ने, कॉर्टिसोल्स, एस्ट्रोजन्स, ऑक्सीटोकिन। सो इहदे नाल जिहड़ा है वो बेबी जिहड़ा है वो डिलीवर करदा है। एक चीज़ होर इत्थे असीं मैंशन कर लैनी है, हुणे मैं तुहानूं कहा यूट्रस की जिहड़ी कंट्रैक्शन है वो
ਲੇਬਰ ਪੇਨਸ ਨੂੰ ਉਹ ਦਿੰਦੀ ਹੈ, ਇਨੀਸ਼ੀਏਟ ਕਰਦੀ, ਉਹਦੇ ਨਾਲ ਪੇਨਸ ਹੁੰਦੀਆਂ ਨੇ। ਸੋ ਇੱਕ ਸਿਗਨਲ ਹੁੰਦਾ ਹੈ ਕਿ ਬੇਬੀ ਜਿਹੜਾ ਉਹ ਪੂਰੀ ਤਰੀਕੇ ਨਾਲ ਡਿਵੈਲਪ ਕਰ ਚੁੱਕਾ ਹੈ। ਉਹਨੂੰ ਅਸੀਂ ਫੀਟਲ ਇਜੈਕਸ਼ਨ ਰਿਫਲੈਕਸ ਕਹਿੰਦੇ ਹਾਂ ਕਿ ਬੇਬੀ ਜਿਹੜਾ ਹੈ ਉਹ ਪੂਰੀ ਤਰੀਕੇ ਨਾਲ ਡਿਵੈਲਪ ਕਰ ਚੁੱਕਾ ਹੈ, ਹੁਣ ਬੇਬੀ ਨੇ ਬਾਹਰ ਆਉਣਾ ਹੈ, ਰਾਈਟ। ਸੋ ਇੱਕ ਹਾਰਮੋਨ ਦਾ ਮੈਂ ਇੱਥੇ ਜ਼ਿਕਰ ਕਰਾਂਗੀ, ਆਕਸੀਟੋਕਿਨ। Students, this hormone oxytocin, right, this hormone is called as birth hormone। ਕਿਹੜੀ ਹਾਰਮੋਨ ਕਿਹਾ ਜਾਂਦਾ ਇਹਨੂੰ? ਬਰਥ ਹਾਰਮੋਨ। ਕਿਉਂਕਿ ਇਸੀ ਹਾਰਮੋਨ ਨੇ ਜਦੋਂ ਇਹੀ ਹਾਰਮੋਨ ਜਦੋਂ ਰਿਲੀਜ਼ ਹੁੰਦੀ ਹੈ ਤਾਂ ਜਿਹੜੀ ਉਹ ਹੈ ਸਾਡੇ ਕੋਲ ਯੂਟਰਸ ਹੈ ਉਹਦੀ ਕੰਟਰੈਕਸ਼ਨ ਸ਼ੁਰੂ ਹੋ ਜਾਂਦੀ ਹੈ। ਕੀ ਹੋ ਜਾਂਦੀ ਹੈ? ਯੂਟਰਸ ਦੀ ਕੰਟਰੈਕਸ਼ਨ। ਸੋ ਦਿਸ ਹਾਰਮੋਨ ਇਜ਼ ਰਿਸਪੋਂਸਿਬਲ ਫॉर यूट्राइन ਕੰਟਰੈਕਸ਼ਨਸ। ਯੂਟਰਸ ਕੰਟਰੈਕਟ ਕਰੇਗਾ ਤਾਂ ਬੇਬੀ ਬਾਹਰ ਆਏਗਾ, ਇਸੇ ਕਰਕੇ ਇਹਨੂੰ ਬਰਥ ਹਾਰਮੋਨ ਕਿਹਾ ਜਾਂਦਾ ਹੈ, ਰਾਈਟ। ਸੋ ਹੁੰਦਾ ਕੀ ਹੈ, ਯੂਟਰਸ ਜਦੋਂ ਕੰਟਰੈਕਟ ਕਰਦਾ ਉਹਦੇ ਨਾਲ ਮੈਂ ਤੁਹਾਨੂੰ ਦੱਸਿਆ ਆਕਸੀਟੋਕਿਨ ਵੀ ਰਿਲੀਜ਼ ਹੁੰਦੀ ਜਾ ਰਹੀ ਹੈ, ਲੇਬਰ ਪੇਨਸ, ਇਹਦੇ ਨਾਲ ਲੇਬਰ ਪੇਨਸ ਵੀ ਲੱਗਦੀਆਂ, ਤੇ ਜਿਹੜਾ ਸਰਵਿਕਸ ਹੈ ਉਹ ਵੀ ਸਟ੍ਰੈਚ ਕਰਦਾ ਤਾਂ ਕਿ ਬੇਬੀ ਜਿਹੜਾ ਉਹ ਡਿਲੀਵਰ ਕਰ ਸਕੇ। ਸੋ ਬੇਬੀ ਜਿਹੜਾ ਡਿਲੀਵਰ ਹੁੰਦਾ ਉਹਦੇ ਉਸ ਪੀਰੀਅਡ ਦੇ ਡਿਊਰਿੰਗ ਦਿਸ ਹਾਰਮੋਨ ਪਲੇਜ਼ ਵੈਰੀ ਇੰਪੋਰਟੈਂਟ ਰੋਲ, ਰਾਈਟ। ਸੋ ਇਸ ਪ੍ਰੋਸੈਸ ਨੂੰ ਅਸੀਂ ਪਾਰਚੂਰੇਸ਼ਨ ਕਹਿੰਦੇ ਹਾਂ, ਠੀਕ ਹੈ ਜੀ। ਇੱਕ ਲਾਸਟ ਟੌਪਿਕ ਬਸ ਸਾਡੇ ਕੋਲ ਰਹਿ ਗਿਆ, ਉਹ ਹੈ ਸਾਡੇ ਕੋਲ ਲੈਕਟੇਸ਼ਨ, ਰਾਈਟ। ਜਦੋਂ ਸਟੂਡੈਂਟਸ ਬੇਬੀ ਡਿਲੀਵਰ ਹੁੰਦਾ ਹੈ ਦੈਨ ਓਨਲੀ ਫੀਮੇਲ ਦੀ ਬੋਡੀ ਦੇ ਵਿੱਚ ਮਿਲਕ ਪ੍ਰੋਡਕਸ਼ਨ ਸਟਾਰਟ ਹੋ ਜਾਂਦੀ ਹੈ, ਠੀਕ ਹੈ ਜੀ। ਔਰ ਉਹ ਇੱਕ ਸਿਗਨਲ ਹੈ ਕਿ ਜਿਹੜਾ ਬੇਬੀ ਹੈ ਉਹ ਡਿਲੀਵਰ ਹੋ ਗਿਆ ਹੈ, ਮੀਨਸ ਪਾਰਚੂਰੇਸ਼ਨ ਹੋ ਚੁੱਕੀ ਹੈ। ਤਾਂ ਉਸ ਤੋਂ ਬਾਅਦ ਕੀ ਹੋਣੀ ਹੈ? ਲੈਕਟੇਸ਼ਨ। ਸੋ ਲੈਕਟੇਸ਼ਨ ਕੀ ਹੈ ਜੇ ਅਸੀਂ ਸਿੰਪਲ ਲੈਂਗੁਏਜ 'ਚ ਕਹੀਏ ਤਾਂ ਲੈਕਟੇਸ਼ਨ ਇਜ਼ ਪ੍ਰੋਡਕਸ਼ਨ ਆਫ ਮਿਲਕ, ਠੀਕ ਹੈ ਜੀ। ਕਿਹਦੇ ਦੁਆਰਾ? ਬਾਏ ਮੈਮਰੀ ਗਲੈਂਡਸ ਔਰ ਅਸੀਂ ਸਿੰਪਲੀ ਬ੍ਰੈਸਟ ਕਹਿ ਸਕਦੇ ਹਾਂ, ਠੀਕ ਹੈ ਜੀ। ਸੋ ਹੁੰਦਾ ਕੀ ਹੈ ਜਦੋਂ, ਅੱਛਾ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਾਂਗੀ ਕਿ ਜਦੋਂ ਫੀਮੇਲ ਐਟ ਦ ਐਂਡ ਆਫ ਦ ਪ੍ਰੈਗਨੈਂਸੀ, ਉਸ ਤੋਂ ਬਾਅਦ ਕਿਉਂਕਿ ਮਿਲਕ ਪੈਦਾ ਹੋਣਾ ਨਾ, ਤਾਂ ਉਹਦੇ ਲਈ ਵੀ ਇੱਕ ਹਾਰਮੋਨ ਹੈ ਬੜੀ ਇੰਪੋਰਟੈਂਟ ਜਿਹੜੀ ਕੰਮ ਕਰਦੀ, ਉਹਦਾ ਨਾਮ ਹੈ ਪ੍ਰੋਲੈਕਟਿਨ, ਰਾਈਟ। ਸੋ ਪ੍ਰੋਲੈਕਟਿਨ ਉਹ ਹਾਰਮੋਨ ਹੈ ਜਿਹੜੀ ਮਿਲਕ ਪ੍ਰੋਡਕਸ਼ਨ ਕਰਾਉਂਦੀ ਹੈ। ਆਕਸੀਟੋਕਿਨ ਬਰਥ ਕਰਾਉਂਦੀ ਹੈ, ਇਹ ਮਿਲਕ ਪ੍ਰੋਡਕਸ਼ਨ ਕਰਾਉਂਦੀ ਹੈ। ਐਂਡ ਇੱਕ ਹੋਰ ਚੀਜ਼, ਪ੍ਰੋਡਕਸ਼ਨ ਤਾਂ ਹੋ ਗਈ, ਬਾਅਦ ਚੋਂ ਮਿਲਕ ਨੇ ਬੋਡੀ ਤੋਂ ਬਾਹਰ ਵੀ ਆਉਣਾ ਨਾ, ਉਹਨੂੰ ਇਜੈਕਸ਼ਨ ਕਹਿੰਦੇ। ਉਹਦੇ ਪਿੱਛੇ ਕੌਣ ਹੈ? ਆਕਸੀਟੋਕਿਨ। ਮੀਨਸ ਆਕਸੀਟੋਕਿਨ ਲੈਕਟੇਸ਼ਨ 'ਚ ਵੀ ਹੈਲਪ ਕਰ ਰਹੀ ਹੈ ਅਤੇ ਪਾਰਚੂਰੇਸ਼ਨ 'ਚ ਵੀ ਕਰ ਰਹੀ ਹੈ, ਅਤੇ ਪ੍ਰੋਲੈਕਟਿਨ ਮਿਲਕ ਨੂੰ ਪ੍ਰੋਡਿਊਸ ਕਰਨ 'ਚ ਕਰ ਰਹੀ ਹੈ, ਪ੍ਰੋਡਕਸ਼ਨ 'ਚ। ਲੈਕਟੇਸ਼ਨ ਇਕੱਲੇ 'ਚ, ਇਹ ਮਿਲਕ ਨੂੰ ਇਜੈਕਟ ਕਰਾਉਣ 'ਚ ਅਤੇ ਉੱਧਰ ਬਰਥ ਦੇ ਵਿੱਚ, ਰਾਈਟ। ਸੋ ਇਹ ਦੋ ਹਾਰਮੋਨਸ ਨੇ। ਇੱਕ ਹੋਰ ਇੰਪੋਰਟੈਂਟ ਇੱਥੇ ਛੋਟੀ ਜਿਹੀ ਗੱਲ ਸਟੂਡੈਂਟਸ ਹੋਰ ਦੱਸਾਂਗੀ, ਜਿਹੜਾ ਬਰਥ ਲੈਣ ਤੋਂ ਬਾਅਦ ਫੀਮੇਲ ਦੀ ਬੋਡੀ 'ਚ ਪਹਿਲਾ ਮਿਲਕ ਬਣਦਾ ਉਹਨੂੰ ਕੋਲੋਸਟਰਮ ਕਹਿੰਦੇ ਆ, ਫਸਟ ਮਿਲਕ। ਕੀ ਬੋਲਦੇ ਨੇ ਸਟੂਡੈਂਟਸ? that is called as colostrum। this is a bit of the yellowish color, ਪੀਲੇ ਰੰਗ ਦਾ ਹੁੰਦਾ ਔਰ ਉਹਦੇ that is rich in proteins। ਪ੍ਰੋਟੀਨਸ ਬਹੁਤ ਜ਼ਿਆਦਾ ਹੁੰਦੇ ਨੇ ਉਹਦੇ ਵਿੱਚ, ਰਾਈਟ। ਅਤੇ ਇੱਕ ਇਮਿਊਨੋਗਲੋਬਿਨਸ, ਐਂਟੀਬੋਡੀਜ਼ ਤੁਸੀਂ ਕਹਿ ਸਕਦੇ ਹੋ, IgA, ਉਹ ਬਹੁਤ ਜ਼ਿਆਦਾ ਹੁੰਦੀਆਂ ਜਿਹੜੀ ਫੀਮੇਲ ਨੂੰ ਇੱਕ ਤਰ੍ਹਾਂ ਦੀ ਇਮਿਊਨਿਟੀ ਪ੍ਰੋਵਾਈਡ ਕਰਦੀ ਹੈ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰੋਵਾਈਡ ਕਰਦੇ। ਸੋ ਦਿਸ ਮਿਲਕ ਇਜ਼ ਵੈਰੀ ਇੰਪੋਰਟੈਂਟ ਫॉर ਯੰਗ ਵਨ, ਜਿਹੜਾ ਬੱਚਾ ਬਣਿਆ, ਕਿਉਂਕਿ ਉਹਦੀ ਬੋਡੀ 'ਚ ਪ੍ਰੋਟੀਨਸ ਵੀ ਜਾਣਗੇ ਅਤੇ ਐਂਟੀਬੋਡੀਜ਼ ਵੀ ਜਾਣਗੇ। ਸੋ ਉਹ ਜਿਹੜਾ ਮਿਲਕ ਹੈ, ਜਿਹੜਾ ਮਦਰ ਦਾ ਮਿਲਕ ਹੈ, ਅਸੀਂ ਕਹਿ ਸਕਦੇ ਹਾਂ ਉਹਦੀ ਕੰਪੋਜੀਸ਼ਨ ਕੀ, ਉਹਦੇ ਵਿੱਚ ਕੀ ਕੀ ਹੁੰਦਾ, ਅਸੀਂ ਇਹ ਵੀ ਇੱਥੇ ਦੇਖ ਲੈਂਦੇ ਹਾਂ। ਫੈਟ ਹੈ, ठीक है, केजियन प्रोटीन है, ठीक है जी। शुगर है, केड़ी? लैक्टोज। केजियन प्रोटीन है, शुगर केड़ी है स्टूडेंट? लैक्टोज, ठीक है। मिल्क की गल कर रही हैं। होर कई तरह के मिनरल सॉल्ट्स ने, सोडियम दे, कैल्शियम दे, पोटेशियम दे, फॉस्फोरस दे। एक गल याद रखने वाली है, जिहड़ा मदर दा मिल्क है वो पुअर इन आयरन है, मीनस वो आयरन तो वाइटामिन C दोनों पुअर ने, मीनस घट है नहीं गे, बहुत घट है। ये चीज़ां प्रेजेंट ने, ये पुअर है, आयरन एंड वाइटामिन C, राइट। सो जिहड़ी मदर है ਉਹਦਾ पर मिल्क बच्चे ਦੇ ਲਈ बहुत ज़्यादा इंपॉर्टेंट है एंड बहुत ज़्यादा ਉਹਨੂੰ स्ट्रेंथ ਦਿੰਦਾ, स्ट्रोंग ਬਣਾਉਂਦਾ, ठीक है। सो मेनली ਅਸੀਂ ਦੇਖਿਆ ਕਿਵੇਂ ਫੀਮੇਲ ਦੀ ਬੋਡੀ ਦੇ ਵਿੱਚ ਬਰਥ ਲਈ ਕਿਹੜੀ ਹਾਰਮੋਨ ਰਿਸਪੋਂਸੀਬਲ ਹੈ ਅਤੇ ਲੈਕਟੇਸ਼ਨ ਦੇ ਲਈ ਕਿਹੜੀ ਹਾਰਮੋਨ ਰਿਸਪੋਂਸੀਬਲ ਹੈ।
ਸੋ ਇੱਥੇ ਸਾਡਾ ਚੈਪਟਰ ਫਿਨਿਸ਼ ਹੁੰਦਾ ਸਟੂਡੈਂਟਸ, ਦੈਟ ਇਜ਼ ਹਿਊਮਨ ਰਿਪਰੋਡਕਸ਼ਨ।